Today I am going to start with the chapter number 9, that is Polly. First of all, I am going to start with a summary of the chapter, then we shall start with the question answer. The story is about a girl, Sulekha called Polly. Story है ਜਿਹੜੀ ਉਹ ਕਿਹਦੇ ਬਾਰੇ ਹੈ? गर्ल ਦੇ ਬਾਰੇ ਆ। ਉਹ ਲੜਕੀ ਜਿਹਦਾ ਨਾਂ ਕੀ ਆ? ਭੋਲੀ ਆ। ਉਹ ਯੰਗੇਸਟ ਡਾਟਰ ਆ ਨੰਬਰਦਾਰ ਰਾਮ ਲਾਲ ਦੀ। ਐਨ ਐਕਸੀਡੈਂਟ ਮੇਡ ਹਰ ਬੈਕਵਰਡ ਚਾਈਲਡ। ਇੱਕ ਐਕਸੀਡੈਂਟ ਹੁੰਦਾ ਹੈ ਜਿਹਦੇ ਨਾਲ ਉਹ ਇੱਕ ਬੈਕਵਰਡ ਚਾਈਲਡ ਬਣ ਜਾਂਦੀ ਹੈ, ਮਤਲਬ ਕਿ ਦਿਮਾਗੀ ਤੌਰ 'ਤੇ ਕਮਜ਼ੋਰ ਲੜਕੀ ਬਣ ਜਾਂਦੀ ਆ। ਉਹਦੀ ਪੂਰੀ ਬੋਡੀ ਦੇ ਉੱਤੇ ਬਲੈਕ ਪੌਕ ਮਾਰਕਸ ਆ ਜਾਂਦੇ ਨੇ, ਠੀਕ ਹੈ। ਜਿਵੇਂ ਆਪਾਂ ਕਹਿੰਦੇ ਸਮਾਲ ਪੌਕਸ ਦੇ ਨਾਲ ਇੱਕ ਮਾਰਕਸ ਆ ਜਾਣੇ ਆ ਬੋਡੀ ਦੇ ਉੱਤੇ, ਪਰਮਾਨੈਂਟ ਮਾਰਕਸ ਆ ਜਾਂਦੇ ਉਹਦੀ ਬੋਡੀ 'ਤੇ। ਇਹਦੇ ਨਾਲ ਉਹਦੀ ਬੋਡੀ ਆ ਜਿਹੜੀ ਬਹੁਤ ਜ਼ਿਆਦਾ ਡਿਸਫਿਗਰਡ ਬਣ ਜਾਂਦੀ ਆ। ਹੀ ਵਾਜ਼ ਆਲਸੋ ਸਟੈਮਰਿੰਗ। ਸਟੈਮਰਿੰਗ ਦਾ ਮਤਲਬ ਹੁੰਦਾ ਆ ਹਕਲਾ ਕੇ ਬੋਲਦੀ ਆ ਉਹ, ਹਮੇਸ਼ਾ ਹਕਲਾ ਕੇ ਵੀ ਕਾਫੀ ਟਾਈਮ ਲੱਗ ਜਾਂਦਾ ਉਹਨੂੰ ਬੋਲਣ ਦੇ ਲਈ। ਪ੍ਰਾਇਮਰੀ ਸਕੂਲ ਇੱਕ ਵਾਰ ਕੀ ਹੁੰਦਾ ਆ, ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦਾ ਉਦਘਾਟਨ ਹੁੰਦਾ, ਉਹਦਾ ਜਿਹੜਾ ਫਾਦਰ ਹੁੰਦਾ ਉਹਨੂੰ ਵੀ ਬੁਲਾਇਆ ਜਾਂਦਾ ਉਹਦੀ ਓਪਨਿੰਗ ਸੈਰੇਮਨੀ ਦੇ ਵਿੱਚ। ਅਤੇ ਜਿਹੜੇ ਪ੍ਰਾਇਮਰੀ ਸਕੂਲ ਜਦੋਂ ਓਪਨ ਹੁੰਦਾ ਤਾਂ ਪਿੰਡ ਦੇ ਲੋਕ ਨੇ ਜਿਹੜੇ ਇਹ ਸੋਚਦੇ ਨੇ ਵੀ ਕੁੜੀਆਂ ਨੂੰ ਐਜੂਕੇਟ ਕਰਨ ਦੇ ਨਾਲ ਵੀ ਉਹਨਾਂ ਦੇ ਵਿਆਹ ਨਹੀਂ ਹੋਣਗੇ, ਠੀਕ ਆ। ਅਤੇ ਵੀ ਉਹ ਆਪਣੀਆਂ ਜਿਹੜੀਆਂ ਡਾਟਰਸ ਨੇ ਉਹਨਾਂ ਨੂੰ ਉੱਥੇ ਸਕੂਲ ਦੇ ਵਿੱਚ ਭੇਜਣਾ ਪਸੰਦ ਨਹੀਂ ਕਰਦੇ ਭੋਲੀ ਦੇ ਪੇਰੈਂਟਸ ਨੇ। ਬਟ ਉਹ ਕਹਿੰਦੇ ਨੇ ਵੀ ਚੱਲ ਇਹਦਾ ਕਿਹੜਾ ਵਿਆਹ ਹੋਣਾ, ਇਹਨੂੰ ਆਪਾਂ ਇੱਦਾਂ ਕਰਦੇ ਹਾਂ, ਇਹਨੂੰ ਆਪਾਂ ਸਕੂਲ ਭੇਜ ਦਿਆ ਕਰਦੇ ਹਾਂ। ਉੱਥੇ ਉਹਦੀ ਟੀਚਰ ਹੁੰਦੀ ਆ, ਬਹੁਤ ਇਨਕਰੇਜ ਕਰਦੀ ਆ ਉਹਨੂੰ ਬੋਲਣ ਦੇ ਲਈ। ਇੱਕ ਵਾਰ ਪਸ਼ਿੰਬਰਨਾਥ ਆ, ਪਸ਼ਿੰਬਰਨਾਥ ਕੇ ਇੱਕ ਵਪਾਰੀ ਆ, ਮਰਚੈਂਟ ਆ, ਦੂਜੇ ਪਿੰਡ ਤੋਂ ਆਇਆ ਆ, ਅਤੇ ਉਹ ਆਉਂਦਾ ਉਹਨੂੰ ਮਤਲਬ ਕਿ ਵਿਆਹ ਕਰਵਾਉਣ ਦੇ ਲਈ ਭੋਲੀ ਦੇ ਨਾਲ। ਜਦੋਂ ਉਹ ਦੇਖਦਾ ਵਾ ਵੀ ਭੋਲੀ ਦੇ ਜਿਹੜੇ ਫੇਸ ਦੇ ਉੱਤੇ ਪੂਰੇ ਬਲੈਕ ਮਾਰਕਸ ਨੇ, ਤਾਂ ਉਹ ਤੋਂ ਕੁਛ ਪੈਸੇ ਮੰਗਦਾ, ਥਾਊਜ਼ੈਂਡਸ ਆਫ ਰੁਪੀਜ਼ ਮੰਗਦਾ ਉਹਦੇ ਫਾਦਰ ਤੋਂ। ਅਤੇ ਉਹਦਾ ਫਾਦਰ ਆ ਜਿਹੜਾ ਬਹੁਤ ਜ਼ਿਆਦਾ ਭੋਲੀ ਨੂੰ ਪਤਾ ਲੱਗ ਜਾਂਦਾ ਵੀ ਉਹ ਤਾਂ ਮੈਨੂੰ ਪੈਸਿਆਂ ਦੀ ਕਰਕੇ ਮੇਰੇ ਨਾਲ ਵਿਆਹ ਕਰਵਾ ਰਿਹਾ ਆ, ਕਿਉਂਕਿ ਉਹਨੇ ਮੇਰੇ ਫੇਸ ਦੇ ਉੱਤੇ ਬਲੈਕ ਪੌਕ ਮਾਰਕਸ ਦੇਖ ਲਏ ਨੇ। ਤਾਂ ਜਿਹੜੀ ਭੋਲੀ ਆ ਉਹ ਬਹੁਤ ਜ਼ਿਆਦਾ ਮਤਲਬ ਕਿ ਉਹਨੂੰ ਬੜਾ ਬੈਡ ਫੀਲ ਹੁੰਦਾ, ਅਤੇ ਉਹ ਕਹਿੰਦੀ ਆ ਵੀ ਨਹੀਂ ਹੁਣ ਨਹੀਂ ਮੈਂ ਇਹਨਾਂ ਨਾਲ ਵਿਆਹ ਕਰਾਉਣਾ। ਅਤੇ ਉਹ ਪੂਰੇ ਸਾਰੇ ਪਿੰਡ ਦੇ ਲੋਕ ਖੜ੍ਹੇ ਹੁੰਦੇ ਉਹਦੇ ਸਾਹਮਣੇ, ਰਿਫਿਊਜ਼ ਕਰ ਦਿੰਦੀ ਹੈ ਵੀ ਮੈਂ ਇਹਨਾਂ ਨਾਲ ਵਿਆਹ ਨਹੀਂ ਕਰਾਉਣਾ। ਅਤੇ ਉਹ ਕੀ ਕਰਦੀ ਹੈ, ਪਿੰਡ ਦੇ ਲੋਕਾਂ ਨੂੰ ਪੜ੍ਹਾਉਣ ਦਾ ਕੰਮ ਕਰਦੀ ਹੈ, ਸੇਮ ਸਕੂਲ ਦੇ ਵਿੱਚ ਜਿੱਥੋਂ ਉਹਨੇ ਸਟੱਡੀ ਕੀਤੀ ਹੁੰਦੀ ਆ। ਨਾਓ ਵੀ ਆਰ ਗੋਇੰਗ ਟੂ ਸਟਾਰਟ ਵਿਦ ਦ ਕੁਐਸਚਨ ਆਨਸਰਸ। ਫਸਟ ਕੁਐਸਚਨ ਆ, ਵਾਈ ਇਜ਼ ਭੋਲੀਜ਼ ਫਾਦਰ ਵਰੀਡ ਅਬਾਊਟ ਹਰ। ਭੋਲੀ ਦਾ ਜਿਹੜਾ ਫਾਦਰ ਆ ਉਹਦੇ ਬਾਰੇ ਚਿੰਤਿਤ ਕਿਉਂ ਆ? ਭੋਲੀਜ਼ ਫਾਦਰ ਇਜ਼ ਵਰੀਡ ਅਬਾਊਟ ਹਰ ਐਜ਼ ਸ਼ੀ ਇਜ਼ ਨਾਈਦਰ ਗੁੱਡ ਲੁੱਕਸ ਨੋਰ ਇੰਟੈਲੀਜੈਂਟ। ਤਾਂ ਵਰੀਡ ਆ ਉਹਦੇ ਬਾਰੇ ਕਿਉਂਕਿ ਨਾ ਤਾਂ ਉਹ ਸੋਹਣੀ ਦਿਖਦੀ ਹੈ ਅਤੇ ਨਾ ਹੀ ਉਹ ਇੰਟੈਲੀਜੈਂਟ ਹੈ। ਸ਼ੀ ਡਿਡ ਨਾਟ ਨੋ ਹਾਊ ਹੀ ਵੁੱਡ ਫਾਈਂਡ ਅ ਸੁਟੇਬਲ ਗਰੂਮ ਫॉर ਹਰ। ਉਹਨੂੰ ਇਹ ਵੀ ਨਹੀਂ ਪਤਾ ਵੀ ਉਹਨੂੰ ਮਤਲਬ ਕਿ ਅੱਛਾ ਉਹਦੇ ਲਈ ਲੜਕਾ ਕਿੱਥੋਂ ਲੱਭੂਗਾ। ਗਰੂਮ ਦਾ ਮਤਲਬ ਹੁੰਦਾ ਲਾੜਾ, ਠੀਕ ਆ, ਵੀ ਉਹਨੂੰ ਵਿਆਹੁਣ ਦੇ ਲਈ ਲਾੜਾ ਕਿੱਥੋਂ ਲੱਭ ਕੇ ਲੈ ਕੇ ਆਊਗਾ ਉਹ। ਫॉर ਵਟ ਅਨਯੂਜ਼ੁਅਲ ਰੀਜ਼ਨ ਇਨ ਭੋਲੀ ਸੈਂਟ ਟੂ ਸਕੂਲ। ਕਹਿੰਦੇ ਕਿਹੜੇ ਕਾਰਨਾਂ ਦੀ ਕਰਕੇ ਜਿਹੜੇ ਭੋਲੀ ਸੀ ਉਹਨੂੰ ਸਕੂਲ ਭੇਜਿਆ ਗਿਆ ਸੀ। ਭੋਲੀ ਸੈਂਟ ਟੂ ਸਕੂਲ, ਭੋਲੀ ਨੂੰ ਸਕੂਲ ਭੇਜਿਆ ਗਿਆ ਬਿਕੋਜ਼ ਦੇਅਰ ਇਜ਼ ਅ ਲਿਟਲ ਚਾਂਸ ਆਫ ਗੈਟਿੰਗ ਮੈਰਿਡ, because of her ugly face and lack of sense. Also her father has to send her school as a village headman as commanded him to do so. ਭੋਲੀ ਨੂੰ ਸਕੂਲ ਤਾਂ ਭੇਜਿਆ ਗਿਆ ਬਿਕੋਜ਼ ਕਿਉਂਕਿ ਉਹਦੇ ਬਹੁਤ ਘੱਟ ਚਾਂਸਿਸ ਸੀਗੇ ਵਿਆਹ ਹੋਣ ਦੇ। ਬਿਕੋਜ਼ ਆਫ ਹਰ ਅਗਲੀ ਫੇਸ, ਕਿਉਂਕਿ ਉਹਦਾ ਫੇਸ ਬਹੁਤ ਖਰਾਬ ਸੀ। ਐਂਡ ਲੈਕ ਆਫ ਸੈਂਸ, ਅਤੇ ਉਹਦੇ ਸਮਝ ਦੀ ਵੀ ਘਾਟ ਸੀ। ਆਲਸੋ ਹਰ ਫਾਦਰ, ਉਹਦਾ ਫਾਦਰ ਜਿਹੜਾ ਸੀ, ਸੈਂਡ ਹਰ ਐਜ਼ ਅ ਵਿਲੇਜ ਹੈਡਮੈਨ, ਕਿਉਂਕਿ ਉਹਦੇ ਵਿਲੇਜ ਦਾ ਜੇ ਹੈਡਮੈਨ ਸੀ ਉਹਨੇ ਉਹਨੂੰ ਕਮਾਂਡ ਦਿੱਤੀ ਸੀ ਕੀ ਕਰਨ ਦੇ ਲਈ ਵੀ ਆਪਣੀ ਲੜਕੀ ਹੈ ਜਿਹੜੀ ਉਹਨੂੰ ਉਹ ਸਕੂਲ ਪੜ੍ਹਨ ਭੇਜੀ। ਡਜ਼ ਭੋਲੀ ਇੰਜੋਏ ਹਰ ਫਸਟ ਡੇ ਐਟ ਅ ਸਕੂਲ। ਕੀ ਜਿਹੜੀ ਭੋਲੀ ਸੀ ਉਹਨੇ ਇੰਜੋਏ ਕੀਤਾ ਸੀ ਫਸਟ ਡੇ ਆਪਣਾ ਸਕੂਲ ਦੇ ਵਿੱਚ? ਯੈਸ, ਭੋਲੀ ਇੰਜੋਏ ਹਰ ਫਸਟ ਡੇ ਐਟ ਅ ਸਕੂਲ ਐਜ਼ ਸ਼ੀ ਵਾਜ਼ ਗਲੈਡ ਟੂ ਫਾਈਂਡ ਸੋ ਮੈਨੀ ਗਰਲਸ, ਕਿਉਂਕਿ ਉਹ ਬਹੁਤ ਖੁਸ਼ ਹੋਈ ਸੀ ਸੋ ਮੈਨੀ ਗਰਲਸ ਨੂੰ ਦੇਖ ਕੇ। ਆਲਮੋਸਟ ਆਫ ਔਰ ਓਨ ਏਜ, ਜਿਹੜੀਆਂ ਆਪਦੀ ਉਹਦੀ ਏਜ ਦੀਆਂ ਸੀ ਪ੍ਰੈਜੈਂਟ ਦੀਆਂ ਜਿਹੜੀਆਂ ਉੱਥੇ ਮੌਜੂਦ ਸੀਗੀਆਂ। ਸ਼ੀ ਹੋਪ ਦੈਟ ਵਨ ਆਫ ਦੀਜ਼ ਗਰਲਸ ਮਾਈਟ ਬਿਕਮ ਹਰ ਫਰੈਂਡ। ਉਹ ਇਹ ਆਸ ਕਰਦੀ ਸੀ ਕਿ ਉਹਨਾਂ ਦੇ ਵਿੱਚੋਂ ਇੱਕ ਲੜਕੀ ਹੈ ਜਿਹੜੀ ਉਹਦੀ ਕੀ ਬਣ ਜੂਗੀ, ਫਰੈਂਡ ਬਣ ਜੂਗੀ। ਸੈਕਿੰਡ ਕੁਐਸਚਨ ਵੀ ਹੈਵ, ਡਜ਼ ਸ਼ੀ ਫਾਈਂਡ ਹਰ ਟੀਚਰ ਡਿਫਰੈਂਟ ਫਰੋਮ ਦਾ ਪੀਪਲ ਐਟ ਹੋਮ। ਕਿ ਜਿਹੜੀ ਉਹਦੀ ਟੀਚਰ ਸੀ ਉਹਨੇ ਉਹਨੂੰ ਟੀਚਰ ਨੂੰ ਦੇਖਿਆ ਸੀਗਾ ਵੀ ਉਹ ਜਿਹੜੇ ਉਹਦੇ ਘਰੇ ਲੋਕ ਰਹਿੰਦੇ ਨੇ ਉਹਨਾਂ ਨਾਲੋਂ ਡਿਫਰੈਂਟ ਆ ਉਹਦੀ ਟੀਚਰ, ਕਿਵੇਂ? ਆਨਸਰ ਇਜ਼ ਯੈਸ ਸ਼ੀ ਫਾਈਂਡ ਹਰ ਟੀਚਰ। ਕਹਿੰਦੇ ਹਾਂ ਉਹਨੇ ਆਪਣੀ ਟੀਚਰ ਨੂੰ ਦੂਜੇ ਲੋਕਾਂ ਦੇ ਨਾਲੋਂ ਮਤਲਬ ਕਿ ਅਲੱਗ ਪਾਇਆ ਸੀ ਐਟ ਅ ਹੋਮ, ਜਿਹੜੇ ਉਹਦੇ ਘਰੇ ਰਹਿੰਦੇ ਸੀ। ਐਜ਼ ਦਾ ਟੀਚਰ ਵਾਜ਼ ਐਫੈਕਸ਼ਨੇਟ, ਕਿਉਂਕਿ ਉਹਨਾਂ ਮਤਲਬ ਕਿ ਉਹਨੂੰ ਲਗਾਓ ਸੀਗਾ। ਪੋਲਾਈਟ ਸੀ, ਠੀਕ ਆ। ਉਹਦੀ ਜਿਹੜੀ ਟੀਚਰ ਸੀ ਬਹੁਤ ਮਤਲਬ ਕਿ ਵਧੀਆ ਤਰੀਕੇ ਨਾਲ ਬੋਲਦੀ ਸੀ। ਸ਼ੀ ਦਿਸ ਟੱਚਡ ਹਰ, ਇਹਦੇ ਨਾਲ ਉਹਦਾ ਦਿਲ ਜਿਹੜਾ ਸੀ ਦਿਲ ਨੂੰ ਛੂਹ ਗਈ ਸੀ ਉਹ। ਵਾਈ ਵਾਜ਼ ਭੋਲੀਜ਼ ਪੇਰੈਂਟਸ ਐਕਸੈਪਟ ਪਸ਼ਿੰਬਰ ਮੈਰਿਜ ਪ੍ਰਪੋਜ਼ਲ।
ਭੋਲੀ ਦੇ ਪੇਰੈਂਟ ਨੇ ਪੁਸ਼ਿੰਬਰ ਦਾ ਜਿਹੜਾ ਮੈਰਿਜ ਪ੍ਰਪੋਜ਼ਲ ਸੀ ਜਿਹੜਾ ਭੋਲੀ ਨੂੰ ਲੈ ਕੇ ਆਇਆ ਸੀ ਵੀ ਉਹ ਕਿਵੇਂ ਐਕਸੈਪਟ ਕਰ ਲਿਆ ਸੀ। ਭੋਲੀਜ਼ ਪੇਰੈਂਟਸ ਐਕਸੈਪਟ ਪੁਸ਼ਿੰਬਰ ਮੈਰਿਜ ਪ੍ਰਪੋਜ਼ਲ ਬਿਕੋਜ਼ ਇਫ ਦੇ ਡੋਂਟ ਐਕਸੈਪਟਡ, ਕਿਉਂਕਿ ਜੇ ਉਹ ਨਾ ਐਕਸੈਪਟ ਕਰਤੇ ਸ਼ੀ ਵੁਡਨਟ ਬੀ ਮੈਰਿਡ ਫॉर ਦ ਰੈਸਟ ਆਫ ਹਰ ਲਾਈਫ, ਕਿ ਉਹ ਜੇ ਉਹ ਪੁਸ਼ਿੰਬਰ ਦਾ ਮੈਰਿਜ ਪ੍ਰਪੋਜ਼ਲ ਭੋਲੀ ਦੇ ਲਈ ਨਾ ਐਕਸੈਪਟ ਕਰਦੇ। ਉਹਨਾਂ ਨੂੰ ਪਤਾ ਸੀਗਾ ਵੀ ਜਿਹੜੀ ਉਹਨਾਂ ਦੀ ਬੇਟੀ ਆ ਉਹ ਕੀ ਆ, ਸਟੈਮਰਡ ਵੀ ਆ ਅਤੇ ਬਾਕੀ ਇਹ ਆ ਵੀ ਲੈਕ ਆਫ ਸੈਂਸ ਵੀ ਆ ਉਹਦੇ ਵਿੱਚ, ਤਾਂ ਉਹਦਾ ਵੀ ਜਿਹੜਾ ਵਿਆਹ ਉਹ ਕਦੇ ਵੀ ਨਹੀਂ ਹੋਊਗਾ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਮਤਲਬ ਕਿ ਵਿਆਹ ਹੀ ਨਹੀਂ ਜਾਊਗੀ। ਵਾਈ ਡਜ਼ ਦ ਮੈਰਿਜ ਨਾਟ ਟੇਕ ਪਲੇਸ, ਜਿਹੜੀ ਵਿਆਹ ਸੀ ਕਿਉਂ ਨਹੀਂ ਹੋਇਆ ਸੀ, ਦ ਮੈਰਿਜ ਡਜ਼ ਨਾਟ ਟੇਕ ਪਲੇਸ, ਕਿਉਂ ਨਹੀਂ ਹੋਇਆ ਸੀ, ਬਿਕੋਜ਼ ਦ ਗਰੂਮ ਡਿਮਾਂਡਡ ਡੋਰੀ, ਕਿਉਂਕਿ ਜਿਹੜਾ ਲਾੜਾ ਸੀ ਉਹਨੇ ਕਾਹਦੀ ਮੰਗ ਕੀਤੀ ਸੀ, ਡੋਰੀ ਦੀ, ਦਾਜ ਦੀ ਮੰਗ ਕੀਤੀ ਸੀ। Next we have a long question. Polly had many apprehensions about going to school. What made her feel that she was going to a better place than her home? ਭੋਲੀ ਜਿਹੜੀ ਸੀ ਸਕੂਲ ਨੂੰ ਲੈ ਕੇ ਉਹਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਉਲਝਣਾਂ ਸੀ। What made her, ਕਿਹੜੀ ਚੀਜ਼ ਨੇ ਉਹਨੂੰ ਫੀਲ ਕੀਤਾ that she was going to a better place than her home, ਕਿ ਉਹ ਇੱਕ ਵਧੀਆ ਜਗ੍ਹਾ ਜਾ ਰਹੀ ਹੈ ਜਿਹੜਾ ਉਹਦੇ ਘਰ ਨਾਲੋਂ ਵਧੀਆ ਵਾ। Polly had many apprehension about going to, ਬਹੁਤ ਸਾਰੇ ਮਤਲਬ ਕਿ ਕਾਰਨ ਸੀਗੇ ਸਕੂਲ ਜਾਣ ਦੇ। she remembered, ਉਹਨੂੰ ਰਿਮੈਂਬਰ ਸੀ, ਯਾਦ ਸੀ how their old cow, ਕਿਵੇਂ ਜਿਹੜੇ ਉਹਨਾਂ ਦੀ ਜਿਹੜੀ ਬੁੱਢੀ ਕਾਊ ਸੀ, ਲਕਸ਼ਮੀ ਸੀ ਉਹਨਾਂ ਦੀ ਕਾਊ ਦਾ ਨਾਂ, had been turned out of the house and sold, ਕਿਵੇਂ ਉਹਨੂੰ ਘਰੋਂ ਕੱਢ ਦਿੱਤਾ ਗਿਆ ਸੀ ਅਤੇ ਕਿਵੇਂ ਉਹਨੂੰ ਵੇਚ ਦਿੱਤਾ ਗਿਆ ਸੀ। when she got a clean dress, ਜਦੋਂ ਉਹਨੂੰ ਕੀ ਪਵਾਏਗੀ, ਸਾਫ ਸੁਥਰੀ ਡਰੈਸ ਪਾਏਗੀ। was bath, ਉਹਨੂੰ ਨਵਾਇਆ ਗਿਆ। and her hair were properly done with oil, ਉਹਦੇ ਜਿਹੜੇ ਵਾਲ ਸੀ ਉਹਨਾਂ ਨੂੰ ਮਤਲਬ ਕਿ ਆਇਲ ਕੀਤਾ ਗਿਆ। ਠੀਕ ਆ ਵੀ ਉਹਦੇ ਮਤਲਬ ਕਿ ਉਹਨੂੰ ਕਦੇ ਵੀ ਵਧੀਆ ਡਰੈਸ ਨਹੀਂ ਮਿਲਦੀ ਸੀ ਲੈਕ ਆਫ ਸੈਂਸ ਦੀ ਕਰਕੇ, ਨਾ ਹੀ ਉਹਨੂੰ ਉਹਦੇ ਜਿਹੜੇ ਹੇਅਰ ਸੀ ਉਹ ਵਾਹੇ ਜਾਂਦੇ ਸੀਗੇ, ਕੌਮ ਕੀਤੇ ਜਾਂਦੇ ਸੀ। ਓਨਲੀ ਉਸ ਦਿਨ ਹੀ ਇੱਦਾਂ ਕੀਤਾ ਗਿਆ ਸੀਗਾ। ਓਨਲੀ ਸ਼ੀ ਫੈਲਟ ਦੈਟ, ਉਹਨੇ ਇਹ ਮਹਿਸੂਸ ਕੀਤਾ ਵੀ ਹੋ ਸਕਦਾ, ਠੀਕ ਹੈ, ਦੈਟ ਸ਼ੀ ਵਾਜ਼ ਗੋਇੰਗ ਟੂ ਅ ਬੈਟਰ ਪਲੇਸ ਦੈਨ ਹਰ ਹੋਮ, ਕਿ ਉਹਨੂੰ ਵਧੀਆ ਜਗ੍ਹਾ ਭੇਜਿਆ ਜਾ ਰਿਹਾ ਜਿਹੜਾ ਕਿ ਉਹਦੇ ਘਰ ਦੇ ਨਾਲੋਂ ਵਧੀਆ ਸੀਗੀ, ਵੀ ਤਾਂ ਹੀ ਇਹਨੂੰ ਇੰਨਾ ਵਧੀਆ ਤਿਆਰ ਕਰਕੇ ਭੇਜ ਰਹੇ ਨੇ ਉਹਦੇ ਪੇਰੈਂਟਸ। ਹਾਊ ਡਿਡ ਭੋਲੀਜ਼ ਟੀਚਰ ਪਲੇ ਐਨ ਇੰਪੋਰਟੈਂਟ ਰੋਲ ਇਨ ਚੇਂਜਿੰਗ ਦ ਕੋਰਸ ਆਫ ਆਰ ਲਾਈਫ, ਭੋਲੀ ਦੀ ਜਿਹੜੀ ਟੀਚਰ ਨੇ ਉਹਨਾਂ ਨੇ ਕਿਵੇਂ ਇੰਪੋਰਟੈਂਟ ਰੋਲ ਪਲੇ ਕੀਤਾ ਸੀ ਉਹਨਾਂ ਦੀ ਲਾਈਫ ਨੂੰ ਬਦਲਣ ਦੇ ਲਈ। ਭੋਲੀਜ਼ ਟੀਚਰ ਪਲੇਡ ਐਨ ਇੰਪੋਰਟੈਂਟ ਰੋਲ, ਭੋਲੀ ਦੀ ਟੀਚਰ ਨੇ ਬਹੁਤ ਅੱਛਾ ਰੋਲ ਪਲੇ ਕੀਤਾ ਸੀ ਇਨ ਚੇਂਜਿੰਗ ਦਾ ਕੋਰਸ ਆਫ ਹਰ ਲਾਈਫ, ਉਹਦੀ ਜ਼ਿੰਦਗੀ ਨੂੰ ਬਦਲਣ ਦੇ ਲਈ। ਸ਼ੀ ਵਾਜ਼ ਪੋਲਾਈਟ, ਬਹੁਤ ਜ਼ਿਆਦਾ ਕੀ ਸੀ, ਪੋਲਾਈਟ ਸੀਗੀ। ਠੀਕ ਆ, ਪੋਲਾਈਟ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਬੁਲਾਉਂਦੀ ਸੀ, ਫਰੈਂਡਲੀ ਸੀ ਉਹਦੇ ਨਾਲ, ਵਿੱਚ ਟਚਡ ਹਰ ਹਾਰਟ, ਜਿੰਨਾ ਉਹਦਾ ਦਿਲ ਛੂ ਗਈ ਸੀ ਉਹ। ਸ਼ੀ ਇਨਕਰੇਜ ਹਰ ਐਵਰੀ ਟਾਈਮ, ਉਹਨੂੰ ਹਮੇਸ਼ਾ ਹੌਸਲਾ ਦਿੰਦੀ ਸੀ। ਐਂਡ ਵਾਜ਼ ਅਫੈਕਸ਼ਨੇਟ ਟੂਵਰਡ ਹਰ, ਅਤੇ ਉਹਦੇ ਪ੍ਰਤੀ ਬਹੁਤ ਜ਼ਿਆਦਾ ਅਫੈਕਸ਼ਨੇਟ ਸੀ, ਲਗਾਓ ਸੀ ਉਹਨੂੰ। ਦ ਟੀਚਰ ਟਰਾਂਸਫਰਡ ਹਰ ਇਨਟੂ ਦ ਕੌਨਫੀਡੈਂਟ ਪਰਸਨ, ਦ ਟੀਚਰ ਜਿਹੜੀ ਸੀ ਉਹਨੂੰ ਇੱਕ ਕੌਨਫੀਡੈਂਟ, ਮਤਲਬ ਕਿ ਪਹਿਲਾਂ ਤਾਂ ਹਕਲਾ ਕੇ ਬੋਲਦੀ ਸੀ, ਉਹਨੂੰ ਕੌਨਫੀਡੈਂਟ ਪਰਸਨ ਬਣਾਤਾ ਸੀ। ਹੂ ਕੁਡ ਰੀਡ, ਜਿਹੜੀ ਕਿ ਕੀ ਕਰ ਸਕਦੀ ਸੀ, ਰੀਡ ਕਰ ਸਕਦੀ ਸੀ, ਰਾਈਟ ਕਰ ਸਕਦੀ ਸੀ। ਐਂਡ ਸਪੀਕ ਕਲੀਅਰਲੀ, ਜਿਹੜੇ ਚੰਗੀ ਤਰ੍ਹਾਂ ਬੋਲ ਸਕਦੀ ਸੀ। ਦਿਸ ਗੇਵ ਹਰ ਦਾ ਰਿਕੁਆਇਰਡ, ਇਹਦੇ ਨਾਲ ਉਹਨੂੰ ਜਿਹੜਾ ਉਹਨੂੰ ਕੌਨਫੀਡੈਂਸ ਚਾਹੀਦਾ ਸੀ ਉਹ ਮਿਲ ਗਿਆ ਸੀ। ਮੋਰ ਐਵਰ ਟੀਚਰ ਐਪਰੀਸ਼ੀਏਸ਼ਨ ਐਂਡ ਦ ਇਨਕਰੇਜਮੈਂਟ ਹੈਲਪਡ ਹਰ ਓਵਰਕਮ ਦ ਲੋ ਮੋਰਲ, ਲੋ ਮੋਰਲ ਦਾ ਮਤਲਬ ਹੁੰਦਾ ਵੀ ਜਿਹੜਾ ਉਹਦਾ ਮਤਲਬ ਕਿ ਉਹਦਾ ਬਹੁਤ ਜ਼ਿਆਦਾ, ਜਿਵੇਂ ਆਪਾਂ ਕਹਿ ਦਈਏ ਉਹਦੇ 'ਚ ਕੌਨਫੀਡੈਂਸ ਦੀ ਕਮੀ ਸੀ, ਉਹ ਜਿਹੜਾ ਘੱਟ ਕੌਨਫੀਡੈਂਸ ਸੀਗਾ, ਘੱਟ ਸੀ ਉਹਦੇ ਅੰਦਰ ਭਾਵਨਾ ਸੀ, ਉਹਨੂੰ ਮਤਲਬ ਕਿ ਵਧਾਇਆ ਸੀ ਉਹਨੇ। ਠੀਕ ਆ, ਵੀ ਟੀਚਰ ਨੇ, ਟੀਚਰ ਦੀ ਐਪਰੀਸ਼ੀਏਸ਼ਨ ਨੇ, ਐਪਰੀਸ਼ੀਏਸ਼ਨ ਦਾ ਮਤਲਬ ਹੁੰਦਾ ਉਹਦੀ ਪ੍ਰਸ਼ੰਸਾ ਨੇ, ਇਨਕਰੇਜਮੈਂਟ ਨੇ, ਉਹਦੇ ਹੌਸਲੇ ਨੇ। ਨੈਕਸਟ ਵੀ ਹੈਵ ਅ ਕੁਐਸਚਨ, ਵਾਈ ਡਿਡ ਭੋਲੀ ਐਟ ਅ ਫਰਸਟ ਐਗਰੀ ਟੂ ਐਨ ਇਨਇਕੁਅਲ ਮੈਚ, ਜਿਹੜੀ ਭੋਲੀ ਸੀ ਉਹਨੂੰ ਕਿਵੇਂ ਪਹਿਲਾਂ ਪਤਾ ਲੱਗਿਆ ਵੀ ਉਹਨੂੰ ਅਨਇਕੁਅਲ ਦਾ ਮਤਲਬ ਹੁੰਦਾ ਵੀ ਜਿਹੜਾ ਪੁਸ਼ਿੰਬਰ ਨਾਲ ਸੀਗਾ ਵੀ ਉਹਦੇ ਲਈ ਮੈਚਿੰਗ ਨਹੀਂ ਸੀਗਾ, ਵਧੀਆ ਮੈਚ ਨਹੀਂ ਸੀਗਾ। ਵਾਟ ਸ਼ੀ ਲੇਟਰ ਰਿਜੈਕਟ, ਕਿਉਂ ਉਹਨੇ ਬਾਅਦ ਵਿੱਚ ਮਹਿਸੂਸ ਕਰਤਾ, ਕਹਿਤਾ ਸੀਗਾ ਵੀ ਮੈਂ ਉਹਦਾ ਜਿਹੜਾ ਮੈਰਿਜ ਪ੍ਰਪੋਜ਼ਲ ਆ ਉਹ ਰਿਜੈਕਟ ਕਰਨੀ ਆ। ਵਾਈ ਡਜ਼ ਦਿਸ ਟੈਲ ਅਸ ਅਬਾਊਟ, ਕਿਵੇਂ ਕਹਿੰਦੇ ਸਾਨੂੰ ਇਹ ਸਾਰੀਆਂ ਗੱਲਾਂ ਤੋਂ ਕਿਵੇਂ ਸਾਨੂੰ ਉਹਦੇ ਬਾਰੇ ਪਤਾ ਲੱਗਦਾ ਵੀ ਉਹ ਕਿਹੋ ਜਿਹੀ ਲੜਕੀ ਆ। ਦਿਸ ਇਜ਼ ਅ ਨਾਰਮਲ ਪ੍ਰੈਕਟਿਸ ਇਨ ਇੰਡੀਆ ਦੈਟ ਗਰਲਸ ਸੈਲਡਮ ਅਪੋਜ਼ ਦੇਅਰ ਪੇਰੈਂਟਸ ਚੋਇਸ ਫॉर ਅ ਗਰੂਮ, ਕਹਿੰਦੇ ਆਮ ਜੀ ਗੱਲ ਆ ਜਿਹੜੀਆਂ ਗਰਲਸ ਨੇ, ਕਹਿੰਦੇ ਉਹਨਾਂ 'ਚ ਕੀ ਹੁੰਦੀ ਆ, ਸੈਲਡਮ ਦਾ ਮਤਲਬ ਹੁੰਦਾ ਤਾਕਤ ਦਿਖਾਉਂਦੀਆਂ ਨੇ, ਤਾਂ ਜੋ ਜਿਹੜੇ ਉਹਦੇ ਪੇਰੈਂਟਸ ਨੇ ਚੋਇਸ ਕੀਤੀ ਹੈ, ਲਾੜਾ ਚੁਣਿਆ, ਵੀ ਉਹਦੇ ਖਿਲਾਫ ਕੀ ਆ ਬੋਲ ਸਕਣ। ਠੀਕ ਆ, ਵੀ ਉਹਦਾ ਵਿਰੋਧ ਕਰ ਸਕਣ। The upbringing of daughter does a kind of mental condition which does not give him enough courage to rebel against the parents' wish, ਕਹਿੰਦੇ ਕੀ ਹੁੰਦਾ ਇੰਡੀਆ ਦੇ ਵਿੱਚ, ਆਪਾਂ ਕਹਿੰਦੇ ਡਾਟਰਸ ਨੂੰ ਪੜ੍ਹਾਇਆ ਲਿਖਾਇਆ ਜਾਂਦਾ, ਉਹਨਾਂ ਦੀ ਮੈਂਟਲ ਕੰਡੀਸ਼ਨ ਇੱਦਾਂ ਦੀ ਬਣਾ ਦਿੱਤੀ ਜਾਂਦੀ ਆ ਵੀ ਉਹਨਾਂ 'ਚ ਕੀ ਹੁੰਦਾ, ਹੌਸਲਾ ਨਹੀਂ ਹੁੰਦਾ ਵੀ ਆਪਣੇ ਪੇਰੈਂਟਸ ਦੇ ਅਗੇਂਸਟ, ਉਹਨਾਂ ਦੀ ਵਿਸ਼ ਦੇ ਅਗੇਂਸਟ ਉਹ ਵਿਆਹ ਕਰਵਾ ਸਕਣ।
ਭੋਲੀ ਮੋਰ ਆਰ ਲੈਸ ਫੈਲੋਡ ਦਾ ਟਰਡੀਸ਼ਨ ਆਫ ਬੀਇੰਗ ਐਨ ਆਈਡਲ ਇੰਡੀਅਨ ਗਰਲ। ਭੋਲੀ ਵੀ ਇੱਦਾਂ ਦੀ ਗਰਲ ਆ, ਲੈਸ ਫੋਲੋਡ ਦਾ ਟਰਡੀਸ਼ਨ, ਪਰ ਉਹ ਇਹੋ ਜਿਹੇ ਘਟੀਆ ਰੀਤੀ ਰਿਵਾਜਾਂ ਨੂੰ ਨਹੀਂ ਮੰਨਦੀ। ਐਂਡ ਐਗਰੀ ਟੂ ਐਨ ਅਨਈਕੁਅਲ ਮੈਚ, ਕਹਿੰਦੇ ਉਹ ਐਗਰੀ ਹੋ ਜਾਂਦੀ ਆ, ਫਿਰ ਵੀ ਆਪਣੇ ਮਾਂ ਪਿਓ ਦੇ ਕਹਿਣ 'ਤੇ ਐਗਰੀ ਹੋ ਜਾਂਦੀ ਆ ਵੀ ਅਨਈਕੁਅਲ ਮੈਚ ਦੇ ਨਾਲ ਵਿਆਹ ਕਰਵਾਉਣ ਦੇ ਲਈ, ਬਿਕੋਜ਼ ਸ਼ੀ ਫੈਲਟ ਲੱਕੀ ਟੂ ਗੈਟ ਅ ਵੈਲ ਟੂ ਡੂ ਗਰੂਮ, ਕਿਉਂਕਿ ਉਹਨੂੰ ਲੱਗਦਾ ਵੀ ਹਾਂ ਉਹ ਲੱਕੀ ਆ ਵੀ ਠੀਕ ਆ ਵੀ ਉਹਨੂੰ ਅੱਛਾ ਕੀ ਇੱਕ ਹਸਬੈਂਡ ਮਿਲ ਗਿਆ ਵਾ ਹੂ ਓਨਡ ਅ ਬਿਗ ਸ਼ਾਪ, ਜਿਹਦੀ ਅੱਛੀ ਸ਼ਾਪ ਆ, ਹੈਡ ਅ ਹਾਊਸ, ਇੱਕ ਵਧੀਆ ਘਰ ਆ, ਐਂਡ ਹੈਡ ਸੈਵਰਲ ਥਾਊਜ਼ੈਂਡਸ ਇਨ ਅ ਬੈਂਕ, ਅਤੇ ਕਾਫੀ ਸਾਰੇ ਪੈਸੇ ਨੇ ਬੈਂਕ ਦੇ ਵਿੱਚ। ਮੋਰ ਏਵਰ ਸ਼ੀ ਵਾਜ਼ ਨਾਟ ਆਸਕਿੰਗ ਫॉर ਐਨੀ ਡੋਰੀ, ਸਭ ਨੂੰ ਵਧੀਆ ਗੱਲ ਇਹ ਆ ਵੀ ਹਾਂ ਉਹਨੇ ਕੋਈ ਕੀ ਆ ਪੈਸੇ ਨਹੀਂ, ਦਹੇਜ ਵਗੈਰਾ ਨਹੀਂ ਮੰਗਿਆ। ਭੋਲੀ ਆਲਸੋ ਹਰਡ ਹਰ ਮਦਰ ਸੇਇੰਗ ਦੈਟ ਸ਼ੀ ਡਿਡ ਨਾਟ ਨੋ ਅਬਾਊਟ ਦਾ ਪੋਕ ਮਾਰਕਸ, ਭੋਲੀ ਨੂੰ ਇਹ ਵੀ ਪਤਾ ਲੱਗਦਾ, ਉਹਦੀ ਮਦਰ ਉਹਨੂੰ ਕਹਿੰਦੀ ਹੈ ਕਿ ਉਹਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਉਹਦੇ ਫੇਸ ਦੇ ਉੱਤੇ ਪੋਕ ਮਾਰਕਸ ਨੇ, ਐਂਡ ਲੈਕ ਆਫ ਸੈਂਸ, ਕਿ ਉਹ ਕੀ ਆ ਵੀ ਉਹ ਮਤਲਬ ਕਿ ਉਹਦਾ ਦਿਮਾਗ ਘੱਟ ਆ। ਇਫ ਦਾ ਪ੍ਰਪੋਜ਼ਲ ਵਾਜ਼ ਨਾਟ ਐਕਸੈਪਟਡ, ਜੇ ਪ੍ਰਪੋਜ਼ਲ ਇਹ ਐਕਸੈਪਟ ਨਾ ਹੁੰਦਾ, ਸ਼ੀ ਮਾਈਟ ਰਿਮੇਨ ਅਨਮੈਰਿਡ ਆਫ ਆਰ ਲਾਈਫ, ਉਹ ਆਪਣੀ ਪੂਰੀ ਜ਼ਿੰਦਗੀ ਕੀ ਰਹਿੰਦੀ, ਕੁਆਰੀ ਬੈਠੀ ਰਹਿੰਦੀ। ਲੇਟਰ ਔਨ ਵੈਨ ਦਾ ਗਰੂਮ ਬੀਅਰਡ ਹਿਜ਼ ਐਗਰੀ ਟੂ ਐਵਰੀ ਵਨ, ਕਹਿੰਦੇ ਜਦੋਂ ਪਤਾ ਲੱਗ ਗਿਆ, ਬੀਅਰਡ ਹਿਜ਼ ਐਗਰੀ ਟੂ ਐਵਰੀ ਵਨ, ਜਦੋਂ ਪਤਾ ਲੱਗ ਗਿਆ ਵੀ ਹਾਂ ਜਿਹੜਾ ਉਹ ਤਿਆਰ ਹੋ ਗਿਆ, ਇਟ ਰਿਪਲਸ ਭੋਲੀ ਐਂਡ ਸ਼ੀ ਅਪੋਜ਼ ਦਾ ਮੈਰਿਜ, ਉਹਨੂੰ ਸਾਰੀਆਂ ਗੱਲਾਂ ਪਤਾ ਲੱਗ ਗਈਆਂ ਵੀ ਹਾਂ ਉਹ ਤਾਂ ਉਹਦੇ ਤਾਂ ਮੂੰਹ 'ਤੇ ਪੋਕ ਮਾਰਕਸ ਨੇ, ਅਤੇ ਫਿਰ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਡੋਰੀ ਦੀ ਮੰਗ ਕਰ ਰਿਹਾ ਵਾ। ਪਹਿਲਾਂ ਤਾਂ ਉਹ ਸੋਚਦੀ ਸੀ ਨਾ ਵੀ ਉਹ ਤਾਂ ਵਧੀਆ ਪਰਸਨ ਆ, ਪਰ ਜਦੋਂ ਪਤਾ ਲੱਗ ਗਿਆ ਵੀ ਉਹ ਇੱਦਾਂ ਦਾ ਪਰਸਨ, ਉਹ ਤਾਂ ਡੋਰੀ ਮੰਗ ਰਿਹਾ, ਉਹਨੂੰ ਮੇਰੇ ਪੋਕ ਮਾਰਕਸ ਬਾਰੇ ਪਤਾ ਲੱਗ ਗਿਆ, ਠੀਕ ਆ ਵੀ ਉਹ ਤਾਂ ਫਿਰ ਉਹਨਾਂ ਨੂੰ ਉਹਦੇ ਪੇਰੈਂਟਸ ਨੂੰ ਬਲੈਕਮੇਲ ਕਰਨ ਲੱਗ ਗਿਆ, ਤਾਂ ਉਹ ਕੀ ਕਰ ਲੈਂਦੀ ਆ, ਅਪੋਜ਼ ਕਰ ਲੈਂਦੀ ਆ ਮੈਰਿਜ ਦਾ, ਵੀ ਵਿਰੋਧ ਕਰਦੀ ਆ। ਅਨਲਾਈਕ ਹਰ ਸਿਸਟਰ, ਆਪਣੀ ਸਿਸਟਰ ਦੇ ਵਾਂਗੂ, ਭੋਲੀ ਇਜ਼ ਐਜੂਕੇਟਡ, ਭੋਲੀ ਹੁਣ ਕੀ ਹੋ ਚੁੱਕੀ ਸੀ, ਐਜੂਕੇਟ ਹੋ ਚੁੱਕੀ ਸੀ। ਹੈਜ਼ ਅ ਮਾਈਂਡ ਆਫ ਹਰ ਓਨ, ਆਪਦਾ ਦਿਮਾਗ ਉਹਦਾ ਚੱਲਦਾ ਸੀ। ਸ਼ੀ ਇਜ਼ ਐਜ਼ ਅ ਇੰਡੀਪੈਂਡੈਂਟ, ਹੁਣ ਉਹ ਕੀ ਹੋ ਚੁੱਕੀ ਸੀ, ਇੰਡੀਪੈਂਡੈਂਟ ਹੋ ਚੁੱਕੀ ਸੀ, ਆਪਣੇ ਪੈਰਾਂ 'ਤੇ ਖੁਦ ਖੜ੍ਹ ਚੁੱਕੀ ਸੀ। ਐਜ਼ ਓਨਲੀ ਅਦਰ ਮਾਡਰਨ ਗਰਲ ਆਫ ਅ ਬਿਗ ਸਿਟੀ, ਉਵੇਂ ਜਿਵੇਂ ਇੱਕ ਮਾਡਰਨ ਸਿਟੀ ਦੀਆਂ, ਇੱਕ ਵੱਡੇ ਸਿਟੀ ਦੀਆਂ ਗਰਲਸ ਨੇ ਜਿਹੜੀਆਂ ਨੇ ਉਹ ਆਪਦੇ ਫੈਸਲੇ ਆਪ ਲੈਂਦੀਆਂ, ਉਹਨਾਂ ਵਾਂਗੂ। ਔਨ ਸੀਇੰਗ ਹਰ ਫਾਦਰ, ਜੋ ਆਪਣੇ ਫਾਦਰ ਨੂੰ ਦੇਖਦੀ ਆ। ਪਲੀਡਿੰਗ ਐਂਡ ਗੈਟਿੰਗ ਹਿਊਮਿਲੇਟਡ, ਉਹਨੂੰ ਕੀ ਕਰ ਰਿਹਾ, ਉਹ ਬੇਨਤੀ ਕਰ ਰਿਹਾ ਨਾ ਉਹਦੇ ਸਾਹਮਣੇ, ਸ਼ਿੰਬਰਨਾਥ ਦੇ ਸਾਹਮਣੇ, ਤੂੰ ਮੇਰੀ ਬੇਟੀ ਨਾਲ ਵਿਆਹ ਕਰਾ ਲਾ, ਅਤੇ ਗੈਟ ਹਿਊਮਿਲੇਟਡ, ਉਹਦੀ ਬੇਇੱਜ਼ਤੀ ਹੁੰਦੀ ਆ। ਸ਼ੀ ਡਿਸਾਈਡਡ ਨਾਟ ਟੂ ਮੈਰੀ ਹਿਮ, ਉਹ ਡਿਸਾਈਡ ਕਰਦੀ ਆ ਵੀ ਉਹ ਇਹੋ ਜਿਹੇ ਵਿਅਕਤੀ ਨਾਲ ਵਿਆਹ ਨਹੀਂ ਕਰਵਾਊਗੀ ਵੀ ਜਿਹੜੇ ਮਤਲਬ ਕਿ ਜਿਹਦੇ ਸਾਹਮਣੇ ਜਿਹੜਾ ਉਹਦਾ ਫਾਦਰ ਆ ਉਹ ਹਿਊਮਿਲੇਟਡ ਹੋ ਰਿਹਾ, ਉਹਦੀ ਬੇਇੱਜ਼ਤੀ ਹੋ ਰਹੀ ਆ। ਦਿਸ ਟੈਲ ਅਸ, ਇਹ ਸਾਰੀਆਂ ਗੱਲਾਂ ਤੋਂ ਪਤਾ ਲੱਗ ਗਿਆ। ਸ਼ੀ ਲਵਸ ਐਂਡ ਰਿਸਪੈਕਟਸ ਹਰ ਪੇਰੈਂਟਸ, ਕਿ ਉਹ ਆਪਣੇ ਪੇਰੈਂਟਸ ਨੂੰ ਰਿਸਪੈਕਟ ਕਰਦੀ ਆ, ਉਹਨਾਂ ਦੇ ਲਵ ਕਰਦੀ ਆ। ਹੈਜ਼ ਸੈਲਫ ਰਿਸਪੈਕਟ, ਉਹਦਾ ਆਪਦਾ ਵੀ ਸਵੈਮਾਣ ਆ। ਐਂਡ ਨੋਜ਼ ਵਟ ਇਜ਼ ਰਾਈਟ ਔਰ ਰੋਂਗ, ਅਤੇ ਇਹ ਵੀ ਪਤਾ ਵੀ ਕੀ ਸਹੀ ਆ ਅਤੇ ਕੀ ਗਲਤ ਆ। ਐਂਡ ਇਜ਼ ਏਬਲ ਟੂ ਟੇਕ ਅ ਵਾਈਸ ਡਿਸੀਜ਼ਨ, ਅਤੇ ਉਹ ਯੋਗ ਹੋ ਗਈ ਆ ਹੁਣ ਇੱਕ ਅੱਛੇ ਫੈਸਲੇ ਲੈਣ ਦੇ। ਨੈਕਸਟ ਵੀ ਹੈਵ ਕੁਐਸਚਨ ਨੰਬਰ 4, ਭੋਲੀਜ਼ ਰੀਅਲ ਨੇਮ ਇਜ਼ ਸੁਲੇਖਾ, ਭੋਲੀ ਦਾ ਅਸਲ ਨਾਮ ਕੀ ਆ, ਸੁਲੇਖਾ। ਵੀ ਆਰ ਟੋਲਡ ਦਾ ਰਾਈਟ ਐਟ ਦਾ ਬਿਗਨਿੰਗ, ਅਸੀਂ ਸ਼ੁਰੂ ਦੇ ਵਿੱਚ ਹੀ ਦੱਸਦਾ ਸੀ, ਬਟ ਓਨਲੀ ਇਨ ਦਾ ਲਾਸਟ, ਪਰ ਲਾਸਟ ਦੇ ਵਿੱਚ। ਬਟ ਵਨ ਪੈਰਾਗ੍ਰਾਫ ਆਫ ਦਾ ਸਟੋਰੀ ਇਜ਼ ਭੋਲੀ ਕਾਲਡ ਸੁਲੇਖਾ, ਵਨ ਪੈਰਾਗ੍ਰਾਫ ਆ ਜਿਹੜਾ ਕਿਹਦੇ ਬਾਰੇ ਆ, ਭੋਲੀ ਦੇ ਬਾਰੇ ਆ, ਜਿਹਨੂੰ ਕੀ ਕਿਹਾ ਜਾਂਦਾ, ਸੁਲੇਖਾ। ਵਾਈ ਡੂ ਯੂ ਥਿੰਕ ਸ਼ੀ ਇਜ਼ ਕਾਲਡ ਸੁਲੇਖਾ, ਕੀ ਤੁਸੀਂ ਕੀ ਸੋਚਦੇ ਹੋ। ਸ਼ੀ ਇਜ਼ ਕਾਲਡ ਸੁਲੇਖਾ ਐਟ ਦਾ ਪੁਆਇੰਟ ਆਫ ਸਟੋਰੀ, ਕਿਹੜੇ ਪੁਆਇੰਟ ਦੇ ਉੱਤੇ, ਸਟੋਰੀ ਦੇ ਕਿਹੜੇ ਪੁਆਇੰਟ ਦੇ ਉੱਤੇ ਉਹਨੂੰ ਸੁਲੇਖਾ ਦਾ ਨਾਂ ਦਿੱਤਾ, ਅਸਲ ਵਿੱਚ ਉਹਨੂੰ ਸੁਲੇਖਾ ਕਿਹਾ ਗਿਆ। ਦ ਵਰਡ ਭੋਲੀ ਮੀਨਸ, ਕਹਿੰਦੇ ਸ਼ਬਦ ਭੋਲੀ ਦਾ ਮਤਲਬ ਕੀ ਹੁੰਦਾ, ਸਿੰਪਲਟਨ, ਸਿੱਧਰੀ। ਸਿੰਪਲਟਨ ਦਾ ਮਤਲਬ ਹੁੰਦਾ ਸਿੱਧਰੀ। ਥਰੂ ਆਊਟ ਦਾ ਸਟੋਰੀ ਦੇ ਦੌਰਾਨ ਸ਼ੀ ਹੈਡ ਬੀਨ ਅ ਸਿੰਪਲਟਨ, ਪੂਰੀ ਸਟੋਰੀ ਦੇ ਦੌਰਾਨ ਉਹ ਕੀ ਇੱਕ ਸਿੱਧਰੀ ਬਣੀ ਰਹਿੰਦੀ ਆ। ਹਾਰਡਲੀ ਐਕਸਪ੍ਰੈਸਿੰਗ ਹਰ ਓਪੀਨੀਅਨ ਇਨ ਐਨੀ ਮੈਟਰ, ਕਹਿੰਦੇ ਬਹੁਤ ਮੁਸ਼ਕਿਲ ਦੇ ਨਾਲ ਕਿਸੇ ਮੈਟਰ ਦੇ ਉੱਤੇ ਆਪਣਾ ਓਪੀਨੀਅਨ ਰੱਖਦੀ ਆ ਉਹ। ਦ ਵਰਡ ਸੁਲੇਖਾ, ਜਿਹੜਾ ਸ਼ਬਦ ਸੁਲੇਖਾ ਮੀਨਸ ਅ ਪਰਸਨ, ਕਹਿੰਦੇ ਇੱਦਾਂ ਪੜ੍ਹਦਾ ਪਰਸਨ ਹੁੰਦਾ ਵਿਦ ਦਾ ਬਿਊਟੀਫੁਲ ਸੈਂਸ ਆਫ ਲੈਟਰਸ, ਜਿਹਨੂੰ ਅਕਸ਼ਰਾਂ ਦਾ ਬਹੁਤ ਅੱਛਾ ਗਿਆਨ ਹੋਵੇ। ਆਪਾਂ ਕਹਿੰਦੇ ਨਾ ਸੁਲੇਖ ਲਿਖੋ, ਸੋਹਣਾ, ਮਤਲਬ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਜਦੋਂ ਆਪਾਂ ਹੈਂਡ ਰਾਈਟਿੰਗ ਕਰਦੇ ਹਾਂ ਉਹਨੂੰ ਕਿਹਾ ਜਾਂਦਾ ਸੁਲੇਖ। ਸੁਲੇਖ ਤੋਂ ਵਰਡ ਬਣਿਆ ਸੁਲੇਖਾ। ਇਨ ਦਿਸ ਸਟੋਰੀ ਆਫ ਦਾ ਵਰਡ ਹੈਜ਼ ਅ ਲਾਰਜਰ ਮੀਨਿੰਗ, ਇਹ ਸਟੋਰੀ ਦੇ ਵਿੱਚ ਜਿਹੜਾ ਇਹ ਸ਼ਬਦ ਆ ਇਹਦਾ ਮਤਲਬ ਬਹੁਤ ਵੱਡਾ। ਇਟ ਡਿਪਿਕਟਸ ਬੀਇੰਗ ਅ ਲਿਟਰੇਟ, ਇਹਦਾ ਮਤਲਬ ਹੁੰਦਾ ਹੈ ਵੀ ਪੜ੍ਹੇ ਲਿਖੇ ਹੋਣਾ, ਇੰਟੈਲੀਜੈਂਟ ਹੋਣਾ, ਐਂਡ ਮੈਚਿਓਰ ਇੰਡੀਵਿਜੂਅਲ, ਉਹ ਪਰਸਨ ਜਿਹੜਾ ਕਿ ਆਪਦੇ ਫੈਸਲੇ ਲੈ ਸਕਦਾ ਹੋਵੇ। ਆਫਟਰ ਹਰ ਐਜੂਕੇਸ਼ਨ, ਆਪਦੀ ਐਜੂਕੇਸ਼ਨ ਤੋਂ ਬਾਅਦ, ਭੋਲੀ ਹੈਜ਼ ਰੀਅਲੀ ਚੇਂਜ ਟੂ ਸੁਲੇਖਾ, ਭੋਲੀ ਜਿਹੜੀ ਸੀ ਉਹ ਕੀ ਹੋ ਗਈ ਸੀ, ਸੁਲੇਖਾ ਬਣ ਚੁੱਕੀ ਸੀ। ਐਂਡ ਹਰ ਐਸਰਟੇਸ਼ਨ ਡਿਊਰਿੰਗ ਦਾ ਮੈਰਿਜ ਐਂਡ ਹਰ ਅਨਾਊਂਸਮੈਂਟ ਟੂ ਦਾ ਵਰਲਡ
ਦੈਟ ਸ਼ੀ ਇਜ਼ ਨੋ ਮੋਰ ਆ ਭੋਲੀ ਬਟ ਆ ਸੁਲੇਖਾ। ਕਹਿੰਦੇ ਜਦੋਂ ਉਹਨੇ ਕੀ ਕੀਤਾ ਸੀਗਾ, ਕਹਿੰਦੇ ਉਹਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨੇ ਸੰਸਾਰ ਦੇ ਸਾਹਮਣੇ ਇਹ ਰੱਖਤਾ ਸੀ ਵੀ ਹੁਣ ਉਹ ਭੋਲੀ ਨਹੀਂ ਰਹੀ, ਹੁਣ ਉਹ ਕੀ ਬਣ ਚੁੱਕੀ ਆ, ਸੁਲੇਖਾ ਬਣ ਚੁੱਕੀ ਆ। ਇਟਸ ਅ ਵੈਰੀ ਇੰਪੋਰਟੈਂਟ ਚੈਪਟਰ ਆਫ ਯਰ ਸਿਲੇਬਸ ਐਂਡ ਥੀਜ਼ ਆਰ ਯੂਰ ਇੰਪੋਰਟੈਂਟ ਕੁਐਸਚਨ ਆਨਸਰਸ।